ਇਹੋ ਜਿਹੀਆਂ ਹਰਕਤਾਂ ਤੁਸੀਂ ਕਰ ਰਹੇ ਹੋ ਤੇ ਨੈਸ਼ਨਲ ਸਿਕਿਉਰਿਟੀ ਨੂੰ ਤਾਂ ਤੁਸੀਂ ਐਂਡੇਂਜਰ ਕਰਤਾ। ਕਨਸਟੀਟਿਊਸ਼ਨਲੀ ਇਲੈਕਟਿਡ ਅਥਾਰਟੀਜ਼ ਨੂੰ ਤੁਸੀਂ ਚੈਲੰਜ ਕਰ ਰਹੇ ਹੋ, ਤੁਸੀਂ ਲਾਅ ਦੀਆਂ ਧੱਜੀਆਂ ਉਡਾ ਰਹੇ ਹੋ, ਪੁਲਿਸ ਸਟੇਸ਼ਨ ਸਟਾਰਮ ਕਰ ਰਹੇ ਹੋ। ਸੋ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫਿਰ ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਹੀ ਸੀ। ਉਹਦੇ ਉੱਤੋਂ ਅਜਨਾਲਾ ਇਨਸੀਡੈਂਟ ਤੋਂ ਬਾਅਦ ਪਰਚਾ ਨਹੀਂ ਦਰਜ ਹੋਇਆ। ਮੈਨੂੰ ਆਪ ਹੀ ਤੁਸੀਂ ਦੱਸੋ ਕਿ ਬੇਅਦਬੀ ਨਹੀਂ ਸੀ ਜੋ ਉਹਨੇ ਕੀਤੀ। ਮੇਰਾ ਨਹੀਂ ਖਿਆਲ ਤੁਹਾਡੇ ਦਰਸ਼ਕਾਂ ਨੇ ਇਹੋ ਜਿਹੇ ਇਨਸੀਡੈਂਟ ਪਹਿਲਾਂ ਦੇਖੇ ਹੋਣਗੇ। ਸੋ ਜਿਹੋ ਜਿਹੇ ਇਨਸੀਡੈਂਟ ਹੋਏ ਉਹੋ ਜਿਹੇ ਲਾਅ ਫਿਰ ਇੰਪਲੀਮੈਂਟ ਕਰਨੇ ਪੈਂਦੇ। ਪੁਲਿਸ ਤੇ ਅਟੈਕ ਕੀਤਾ, ਉਸ ਤੋਂ ਉੱਤੋਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ। ਇਹਦਾ ਅੰਜਾਮ ਚੰਗਾ ਨਹੀਂ, ਸਾਰਿਆਂ ਨੂੰ ਇਹ ਵਾਰਨਿੰਗ ਹੈ ਸਾਡੀ। ਹੋਮ ਮਿਨਿਸਟਰ ਨੂੰ ਵੀ ਦੇਤੀ, ਕਨਸਟੀਟਿਊਸ਼ਨਲ ਅਥਾਰਟੀਜ਼ ਨੂੰ ਦੇਤੀਆਂ ਕਿ ਅਸਾਮ ਕਿਉਂ ਲਿਜਾਇਆ ਜਾ ਰਿਹਾ। ਹੁਣ ਆਬਵੀਅਸਲੀ ਗੱਲ ਹੈ, ਜੇ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖਣਗੇ ਲੋਕਲ ਕਰਾਊਡ ਇਕੱਠਾ ਹੋਣ ਲੱਗ ਜਾਊਗਾ, ਸਿੰਪੈਥਾਈਜ਼ਰ ਕੋਈ ਨਾ ਕੋਈ ਅੱਗੇ ਆਉਣ ਲੱਗ ਜਾਣਗੇ। ਸੋ ਈਜ਼ੀਐਸਟ ਵੇ ਆਊਟ ਇਜ਼ ਕਿ ਜਿੱਥੇ ਮੈਕਸਿਮਮ ਇਨਐਕਸੈਸਿਬਿਲਿਟੀ ਹੈ, ਜਿੱਥੇ ਤੱਕ ਜਾਣਾ ਬਹੁਤ ਔਖਾ ਹੈ, ਉੱਥੇ ਰੱਖੋ ਤਾਂ ਕਿ ਨਾ ਸਪੋਰਟਰਸ ਜਾ ਸਕਣ, ਨਾ ਉਸ ਚੀਜ਼ ਨੂੰ ਕੋਈ ਮੂਵਮੈਂਟ ਬਣਾ ਸਕਣ, ਔਰ ਇਹਨਾਂ ਨੂੰ ਅੱਡ-ਅੱਡ ਥਾਵਾਂ ਤੇ ਬੰਦ ਕਰ। ਨੈਸ਼ਨਲ ਸਿਕਿਉਰਿਟੀ ਐਕਟ ਉੱਥੇ ਲਾਇਆ ਜਾਂਦਾ ਹੈ ਜਿਹੜੇ ਨੈਸ਼ਨਲ ਸਿਕਿਉਰਿਟੀ ਨੂੰ ਕਿਸੇ ਵੀ ਤਰੀਕੇ ਨਾਲ ਮਤਲਬ ਖਤਰਾ ਪਹੁੰਚਾ ਰਹੇ ਹੈ ਜਾਂ ਪਹੁੰਚਾਉਣ ਜਾ ਰਹੇ ਹੈ, ਜਿਹਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵੀ ਆ ਜਾਊ ਔਰ ਸਬਸੀਕੁਐਂਟ ਕਾਰਵਾਈ ਵੀ ਆ ਜਾਊ। ਉੱਥੇ ਔਨ ਦਾ ਸਪਰ ਆਫ ਦਾ ਮੋਮੈਂਟ ਤੁਸੀਂ ਕੁਝ ਨਹੀਂ ਕਰ ਰਹੇ, ਤੁਸੀਂ ਪਲਾਨ ਕਰਕੇ ਜਾਂਦੇ ਹੋ, ਤੁਸੀਂ ਉੱਥੇ ਜਾ ਕੇ ਅਟੈਕ ਕਰ ਦਿੰਦੇ ਹੋ, ਸੱਟਾਂ ਮਾਰ ਦਿੰਦੇ ਹੋ। ਸੋ ਇਸ ਤੋਂ ਬਾਅਦ ਹਾਊ ਡੂ ਯੂ ਐਕਸਪੈਕਟ ਕਿ ਤੁਸੀਂ ਕੋਈ ਇਲੀਗਲ ਕੰਮ ਨਹੀਂ ਕੀਤਾ, ਤੁਸੀਂ ਤਾਂ ਹੱਦ ਕਰਤੀ, ਸਾਰੀ ਹੱਦਾਂ ਪਾਰ ਕਰਤੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮੈਂ ਹਾਂ ਸੁਰਖਾਬ। ਦੋਸਤੋ, ਅੰਮ੍ਰਿਤਪਾਲ ਆਪਰੇਸ਼ਨ ਦੇ ਦੌਰਾਨ ਇੱਕ ਸ਼ਬਦ ਬੜਾ ਸੁਣਾਈ ਦੇ ਰਿਹਾ, NSA 1980 ਦੇ ਵਿੱਚ ਬਣਿਆ ਐਕਟ, ਨੈਸ਼ਨਲ ਸਿਕਿਉਰਿਟੀ ਐਕਟ। ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅਸੀਂ ਕਹਿ ਦਈਏ ਕਿ ਬਹੁਤ ਵੱਧ ਚੜ ਕੇ ਕਿਹਾ ਰਿਹਾ ਕਿ ਕੀ ਕਾਰਵਾਈ ਹੋਊਗੀ। ਹਾਲਾਂਕਿ NSA ਹੈ ਕਿ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਐਂਟੀ ਨੈਸ਼ਨਲ ਜੋ ਮਸਲੇ ਨੇ ਉਹਨਾਂ ਦੇ ਅਧੀਨ ਮਾਮਲੇ ਦਰਜ ਕੀਤੇ ਜਾਂਦੇ ਨੇ, ਪਰ ਅਸਲ ਦੇ ਵਿੱਚ ਕਾਰਵਾਈ ਕੀ ਹੋ ਸਕਦੀ ਹੈ, ਕਿਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਦਾ ਉਹਦੇ ਸਾਥੀਆਂ ਨੂੰ ਰੱਖਿਆ ਜਾ ਸਕਦਾ ਆ, ਕੀ ਸਜ਼ਾ ਹੋ ਸਕਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੇ ਕਾਨੂੰਨ ਦੇ ਮਾਹਿਰ ਨੇ, ਵਕੀਲ ਨੇ, ਉਹ ਜਾਣਦੇ ਨੇ। ਮੇਰੇ ਨਾਲ ਸੀਨੀਅਰ ਵਕੀਲ ਪ੍ਰਦੀਪ ਵਿਰਕ ਨੇ, ਇਹਨਾਂ ਤੋਂ ਜਾਣਕਾਰੀ ਲੈਂਦੇ ਆ ਕਿ NSA ਤਹਿਤ ਜਿਹੜੀ ਕਾਰਵਾਈ ਹੋ ਰਹੀ ਹੈ ਜਾਂ ਜੋ NSA ਦੀ ਹੁਣ ਵਰਤੋਂ ਹੋ ਰਹੀ ਹੈ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ। ਵਿਰਕ ਸਾਹਿਬ, ਪਹਿਲਾਂ ਤਾਂ ਸਪੋਕਸਮੈਨ ਟੀਵੀ ਤੇ ਸਵਾਗਤ ਹੈ। ਸ਼ੁਕਰੀਆ ਜੀ। NSA ਹਾਲਾਂਕਿ ਜੇ ਸ਼ਬਦ ਵੇਖ ਲਈਏ, ਨੈਸ਼ਨਲ ਸਿਕਿਉਰਿਟੀ ਐਕਟ ਹੈ, ਤੇ ਇਸ ਦਾ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਾ, ਇਹ ਕੀ ਲੱਗ ਰਿਹਾ ਕਿ ਇਸ ਸਹੀ ਤਰੀਕੇ ਨਾਲ ਵਰਤੋਂ ਹੋ ਰਹੀ ਹੈ? ਵੇਖੋ ਜੀ, ਨੈਸ਼ਨਲ ਇੱਕ ਤੁਹਾਡੇ ਦਰਸ਼ਕਾਂ ਨੂੰ ਮੈਂ ਚੀਜ਼ ਕਲੈਰੀਫਾਈ ਕਰ ਦਿਆਂ। ਇੱਕ ਹੁੰਦਾ ਹੈ ਜਿਹੜੇ ਵੈਸੇ ਜਿਵੇਂ IPC ਹੋ ਗਈ, ਇੱਕ ਪੀਨਲ ਕੋਡ ਉਹਨਾਂ ਨੇ ਬਣਾਇਆ ਹੋਇਆ ਹੈ ਕਾਨੂੰਨੀ, ਜਿਹੜਾ ਕਿਤੇ ਵੀ ਕੋਈ ਆਫੈਂਸ ਹੋਣਾ ਪਾਰਟਿਕੂਲਰ ਸੈਕਸ਼ਨਸ ਲੱਗਣੇ। ਦੂਜੇ ਹੁੰਦੇ ਸਪੈਸ਼ਲਾਈਜ਼ਡ ਐਕਟਸ ਬਣ ਜਾਂਦੇ ਆ ਜਿਨ੍ਹਾਂ ਨੂੰ ਪਾਰਟਿਕੂਲਰ ਆਫੈਂਸਸ ਵਾਸਤੇ, ਜਿਵੇਂ NDPS ਵਾਸਤੇ ਇੱਕ ਅੱਡ ਐਕਟ ਬਣ ਗਿਆ, ਆਰਮਸ ਐਕਟ ਇੱਕ ਅੱਡ ਬਣ ਗਿਆ। ਉਸੇ ਤਰ੍ਹਾਂ ਤੁਸੀਂ ਦੇਖੋਗੇ ਕਿ NSA ਇੱਕ ਨੈਸ਼ਨਲ ਸਿਕਿਉਰਿਟੀ ਐਕਟ ਬਣਾਇਆ ਹੈ ਜਿਹਦੇ ਵਿੱਚ ਸੈਡੀਸ਼ਨ ਵਗੈਰਾ ਦੇ ਜਿਹੜੇ ਆਫੈਂਸਸ ਹੈ ਉਹਨਾਂ ਨੂੰ ਥੋੜਾ ਜਿਹਾ ਵੱਖਰੀ ਚੀਜ਼ ਉਹਨਾਂ ਨੇ ਕ੍ਰੀਏਟ ਕੀਤੀ ਹੈ। ਸੈਡੀਸ਼ਨ ਆਲਰੇਡੀ ਇੱਕ ਪਨਿਸ਼ੇਬਲ ਆਫੈਂਸ ਹੋਊਗਾ IPC ਦੇ ਵਿੱਚ, ਕੋਈ ਉਹਦੇ ਵਿੱਚ ਦੋ ਰਾਏ ਨਹੀਂ ਹੈ। ਬਟ ਨੈਸ਼ਨਲ ਸਿਕਿਉਰਿਟੀ ਐਕਟ ਉੱਥੇ ਲਾਇਆ ਜਾਂਦਾ ਹੈ ਜਿੱਥੇ ਸੀਰੀਜ਼ ਆਫ ਐਕਟਸ ਹੁੰਦੇ ਹੈ ਜਿਹੜੇ ਨੈਸ਼ਨਲ ਸਿਕਿਉਰਿਟੀ ਨੂੰ ਕਿਸੇ ਵੀ ਤਰੀਕੇ ਨਾਲ ਮਤਲਬ ਖਤਰਾ ਪਹੁੰਚਾ ਰਹੇ ਹੈ ਜਾਂ ਪਹੁੰਚਾਉਣ ਜਾ ਰਹੇ ਹੈ, ਜਿਹਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਵੀ ਆ ਜਾਊ ਔਰ ਸਬਸੀਕੁਐਂਟ ਕਾਰਵਾਈ ਵੀ ਆ ਜਾਊਗੀ। ਤੁਹਾਡੇ ਇਸ ਮਤਲਬ ਜਵਾਬ ਤੋਂ ਸੀਰੀਜ਼ ਆਫ ਐਕਟ ਤੁਸੀਂ ਕਹਿ ਰਹੇ ਹੋ, ਮਤਲਬ ਬਹੁਤ ਸਾਰੇ ਧਾਰਾਵਾਂ ਜਾਂ ਬਹੁਤ ਸਾਰੇ ਅਜਿਹੀਆਂ ਐਕਟੀਵਿਟੀਜ਼ ਜਿਹੜੀਆਂ ਇੱਕ ਵਿਅਕਤੀ ਵੱਲੋਂ ਜਾਂ ਇੱਕ ਸਮੂਹ ਵੱਲੋਂ ਕੀਤੀਆਂ ਗਈਆਂ ਹੋਣ। ਦੇਖੋ, ਮੈਂ ਐਗਜ਼ਾਮਪਲ ਦੇਣਾ, ਹੁਣ ਜਿਵੇਂ ਅਜਨਾਲਾ ਇਨਸੀਡੈਂਟ ਸੀ, ਉਹਦੇ ਵਿੱਚ ਇੱਕ ਪੁਲਿਸ ਸਟੇਸ਼ਨ ਨੂੰ ਸਟਾਰਮ ਕਰਨਾ, ਅਟੈਕ ਕਰਨਾ। ਪੁਲਿਸ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਸਟੇਟ ਨੂੰ ਰਿਪਰੈਜ਼ੈਂਟ ਕਰਦੀ ਹੈ। ਇੱਥੇ ਕੋਈ ਪੁਲਿਸ ਤਾਂ ਐਗਰੈਸਿਵ ਹੋਈ ਨਹੀਂ ਸੀ ਨਾ, ਥਾਣੇ ਦੇ ਵਿੱਚ ਇੱਕ ਬੰਦਾ ਬੰਦ ਹੈ, ਠੀਕ ਹੈ। ਪੁਲਿਸ ਤੇ ਅਟੈਕ ਕੀਤਾ, ਉਸ ਤੋਂ ਉੱਤੋਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ। ਧਮਕੀਆਂ ਦੇ ਵਿੱਚ ਕਿਹਨੂੰ ਤੱਕ ਧਮਕੀ ਦੇਤੀ? ਯੂਨੀਅਨ ਹੋਮ ਮਿਨਿਸਟਰ ਨੂੰ ਵੀ ਦੇਤੀ, ਕਨਸਟੀਟਿਊਸ਼ਨਲ ਅਥਾਰਟੀਜ਼ ਨੂੰ ਦੇਤੀਆਂ। ਸੋ ਜੇ ਉਸ ਐਂਗਲ ਤੋਂ ਆਪਾਂ ਦੇਖੀਏ ਤੇ ਇਹ ਇੱਕ ਪਾਰਟਿਕੂਲਰ ਐਕਟ ਨਹੀਂ ਹੈ, ਸੀਰੀਜ਼ ਆਫ ਐਕਟਸ ਕਰੀ ਗਏ। ਸੋ ਆਬਵੀਅਸਲੀ ਜਦੋਂ ਇਹੋ ਜਿਹੀਆਂ ਹਰਕਤਾਂ ਤੁਸੀਂ ਕਰ ਰਹੇ ਹੋ ਤੇ ਨੈਸ਼ਨਲ ਸਿਕਿਉਰਿਟੀ ਨੂੰ ਤਾਂ ਤੁਸੀਂ ਐਂਡੇਂਜਰ ਕਰਤਾ। ਕਨਸਟੀਟਿਊਸ਼ਨਲੀ ਇਲੈਕਟਿਡ ਅਥਾਰਟੀਜ਼ ਨੂੰ ਤੁਸੀਂ ਚੈਲੰਜ ਕਰ ਰਹੇ ਹੋ, ਤੁਸੀਂ ਲਾਅ ਦੀਆਂ ਧੱਜੀਆਂ ਉਡਾ ਰਹੇ ਹੋ, ਪੁਲਿਸ ਸਟੇਸ਼ਨ ਸਟਾਰਮ ਕਰ ਰਹੇ ਹੋ। ਸੋ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਫਿਰ ਨੈਸ਼ਨਲ ਸਿਕਿਉਰਿਟੀ ਐਕਟ ਲੱਗਣਾ ਹੀ ਸੀ। ਤੁਸੀਂ ਕਹਿ ਰਹੇ ਹੋ ਬਹੁਤ ਸਾਰੇ ਕੇਸਿਸ ਉਹ ਚ ਆ ਗਏ, ਇੱਕੋ ਵਿਅਕਤੀ ਵੱਲੋਂ ਕੀਤੇ ਜਾਂ ਇੱਕ ਸਮੂਹ ਵੱਲੋਂ ਕੀਤੇ ਗਏ ਬਹੁਤ ਸਾਰੇ ਕੇਸਿਸ, ਚਾਹੇ ਉਹ ਅਜਨਾਲਾ ਥਾਣਾ ਨੂੰ ਜਿਸ ਤਰੀਕੇ ਦੇ ਨਾਲ ਘੇਰਾ ਪਾਉਣਾ, ਉੱਥੇ ਪੁਲਿਸ ਮੁਲਾਜ਼ਮਾਂ ਤੇ ਜਿਸ ਤਰੀਕੇ ਨਾਲ ਹਮਲਾ ਹੋਇਆ, ਨਾਲ ਸਰਕਾਰੀ ਕੰਮ 'ਚ ਵਿਘਨ ਪਾਉਣਾ, ਉਹਨਾਂ ਨੂੰ ਧਮਕੀਆਂ ਦੇਣੀਆਂ, ਉਹ ਸਾਰੀਆਂ ਚੀਜ਼ਾਂ ਇਹ ਚ ਆ ਚੁੱਕੀਆਂ ਉਸ ਮੈਗਨੀਚਿਊਡ ਦੀਆਂ ਕਿ ਉਹ ਨੈਸ਼ਨਲ ਮਤਲਬ ਨੇਸ਼ਨ ਦੀ ਸਿਕਿਉਰਿਟੀ ਵਾਸਤੇ ਖਤਰਾ ਬਣ ਗਈਆਂ। ਠੀਕ ਹੈ। ਸਾਡੀ ਸਿਕਿਉਰਿਟੀ ਆਫ ਦਾ ਕੰਟਰੀ, ਸਿਕਿਉਰਿਟੀ ਆਫ ਦਾ ਸਟੇਟ ਜਿਹੜੀ ਹੈ ਉਹਨੂੰ ਐਂਡੇਂਜਰ ਕਰਤਾ।
ਉਹ ਜਦੋਂ ਖਤਰੇ 'ਚ ਆ ਗਈ ਫਿਰ ਇਹ ਨੈਸ਼ਨਲ ਸਿਕਿਉਰਿਟੀ ਐਕਟ ਉਹਨੂੰ ਲਾਇਆ ਜਾਂਦਾ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਐਨਐਸਏ ਦੀ ਗੱਲ ਹੋ ਰਹੀ ਹੈ ਕਿ ਕੁਝ ਉਹਦੇ ਸਾਥੀਆਂ ਤੇ ਲੱਗ ਗਈ ਅਮਰਤਪਾਲ ਸਿੰਘ ਦੇ, ਤਾਂ ਕੀ ਲੱਗਦਾ ਹੈ ਜਿਹੜੇ ਸਾਥੀਆਂ ਤੇ ਲੱਗ ਰਹੀ ਹੈ, ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗਾ ਇੱਕ ਫੇਸਬੁੱਕ ਤੇ ਕਾਫੀ ਚਰਚਿਤ ਰਹਿੰਦੇ ਨੇ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇ ਕੇ, ਉਹ ਚੀਜ਼ਾਂ ਵੈਲਿਡ ਲੱਗਦੀਆਂ ਨੇ? ਦੇਖੋ ਜੋ ਵੀ ਐਕਟ ਹੁੰਦਾ ਹੈ, ਜਿਵੇਂ ਕ੍ਰਿਮੀਨਲ ਕਨਸਪੀਰੇਸੀ ਲਾ ਦਿੰਦੇ 120 ਵੀ ਲਾ ਦਿੰਦੇ ਆ ਜਾਂ ਕਾਮਨ ਇੰਟੈਂਸ਼ਨ ਲਾ ਦਿੰਦੇ ਆ, ਸੈਕਸ਼ਨ 34 ਆਈਪੀਸੀ ਲਾਉਂਦੇ ਆ। ਉਹ ਕਿਉਂ ਲਾਇਆ ਜਾਂਦਾ ਹੈ ਕਿ ਜਦੋਂ ਵੀ ਕੋਈ 10 ਜਾਣੇ ਨੇ ਮੰਨ ਲਓ ਕਿਤੇ ਅਟੈਕ ਕੀਤਾ, ਠੀਕ ਹੈ, ਭਾਵੇਂ ਨਾ ਇੱਕ ਜਾਣੇ ਦਾ ਆ ਰਿਹਾ ਪਰ ਬਾਕੀ 9 ਦਾ ਵੀ ਤਾਂ ਕਸੂਰ ਹੈ। ਠੀਕ ਹੈ, ਉਹ ਜੇ ਨਾਲ ਨਾ ਜਾਂਦੇ, ਹੁਣ ਅੰਮ੍ਰਿਤਪਾਲ ਦੇ ਉੱਤੇ ਕਿਤੇ ਆਇਆ ਕਿ ਅੰਮ੍ਰਿਤਪਾਲ ਨੇ ਉਹ ਜਿਹੜੇ ਐਸਪੀ ਇੰਜਰ ਹੋਏ ਉਹਨਾਂ ਤੇ ਸੱਟਾਂ ਮਾਰੀਆਂ? ਨਹੀਂ, ਸੱਟਾਂ ਕਿਸੇ ਨਾਲ ਦੇ ਨੇ ਮਾਰੀਆਂ। ਠੀਕ ਹੈ, ਇੱਕ ਮੌਬ ਦੇ ਵਾਂਗੂ ਤੁਸੀਂ ਜਾਂਦੇ ਹੋ ਤੇ ਸਾਰੇ ਗਿਲਟੀ ਹੋ ਗਏ ਨਾ। ਜਦੋਂ ਤੁਹਾਨੂੰ ਪਤਾ ਹੈ ਤੁਸੀਂ ਕਿਉਂ ਜਾ ਰਹੇ ਹੋ, ਤੁਹਾਡੀ ਇੰਟੈਂਸ਼ਨ ਕੀ ਹੈ, ਤੁਸੀਂ ਕੋਈ ਕਾਨੂੰਨੀ ਕਾਰਵਾਈ ਲਈ ਨਹੀਂ ਜਾ ਰਹੇ, ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਨ ਨਹੀਂ ਜਾ ਰਹੇ, ਉੱਥੇ ਔਨ ਦਾ ਸਪਰ ਆਫ ਦਾ ਮੋਮੈਂਟ ਤੁਸੀਂ ਕੁਝ ਨਹੀਂ ਕਰ ਰਹੇ, ਤੁਸੀਂ ਪਲਾਨ ਕਰਕੇ ਜਾਂਦੇ ਹੋ, ਤੁਸੀਂ ਉੱਥੇ ਜਾ ਕੇ ਅਟੈਕ ਕਰ ਦਿੰਦੇ ਹੋ, ਸੱਟਾਂ ਮਾਰ ਦਿੰਦੇ ਹੋ। ਸੋ ਇਸ ਤੋਂ ਬਾਅਦ ਹਾਊ ਡੂ ਯੂ ਐਕਸਪੈਕਟ ਕਿ ਤੁਸੀਂ ਕੋਈ ਇਲੀਗਲ ਕੰਮ ਨਹੀਂ ਕੀਤਾ? ਤੁਸੀਂ ਤਾਂ ਹੱਦ ਕਰਤੀ, ਸਾਰੀ ਹੱਦਾਂ ਪਾਰ ਕਰਤੀਆਂ। ਠੀਕ ਹੈ, ਰਾਦਰ ਉਹਨਾਂ ਚੀਜ਼ਾਂ ਤੋਂ ਬਾਅਦ ਜਿਹੜੇ ਬੰਦਿਆਂ ਨੇ ਕੀਤਾ ਹੈ ਉਹਨਾਂ ਨੂੰ ਸਪੇਅਰ ਕਰਨਾ ਬਣਦਾ ਹੀ ਨਹੀਂ ਹੈ। ਮਤਲਬ ਦਿਸ ਇਜ਼ ਪ੍ਰੋਬੇਬਲੀ ਇੱਕ ਉਹਨਾਂ ਕੇਸਿਸ ਚੋਂ ਇੱਕ ਹੈ ਜਿੱਥੇ ਪੰਜਾਬ ਪੁਲਿਸ ਨੂੰ ਪਬਲਿਕ ਸਿੰਪੈਥੀ ਬਹੁਤ ਮਿਲੀ ਹੈ। ਠੀਕ ਹੈ, ਠੀਕ ਹੈ। ਯਾਨੀ ਤੁਸੀਂ ਕਹਿ ਰਹੇ ਹੋ ਕਿ ਐਕਟੀਵਿਟੀਜ਼ ਇਸ ਤਰੀਕੇ ਦੀਆਂ ਹੋ ਗਈਆਂ, ਚਾਹੇ ਉਹ ਬੇਸ਼ੱਕ ਅਮਰਤਪਾਲ ਲੀਡ ਕਰ ਰਿਹਾ ਸੀ, ਸਾਰੇ ਗਰੁੱਪ ਦੀਆਂ, ਕੱਲੇ ਅੰਮ੍ਰਿਤਪਾਲ ਦੀ ਨਹੀਂ। ਆਪਰੇਸ਼ਨ ਅੰਮ੍ਰਿਤਪਾਲ ਵੁੱਡ ਮੀਨ ਕਿ ਅੰਮ੍ਰਿਤਪਾਲ ਇੱਕ ਲੀਡਰ ਹੁੰਦਿਆਂ ਉਹਨੇ ਚੀਜ਼ ਕੀਤੀ ਹੈ, ਪਰ ਗਰੁੱਪ ਤਾਂ ਸਾਰਾ ਰਿਸਪੌਂਸਿਬਲ ਹੈ ਨਾ। ਹੁਣ ਉਹ ਜਿਹੜੇ ਇੰਡੀਵਿਜੂਅਲਸ ਨਾਲ ਸੀ, ਉਹ ਇੰਡੀਵਿਜੂਅਲਸ ਕਿਵੇਂ ਆਪਣੀ ਰਿਸਪੌਂਸਿਬਿਲਿਟੀ ਤੋਂ ਭੱਜ ਲੈਣਗੇ ਸਿਰਫ ਕਿਉਂਕਿ ਸਰਕਾਰ ਨੇ 20 ਦਿਨ ਕਾਰਵਾਈ ਨਹੀਂ ਕੀਤੀ, ਮਹੀਨਾ ਕਾਰਵਾਈ ਨਹੀਂ ਕੀਤੀ? ਇਹਦਾ ਇਹ ਮਤਲਬ ਥੋੜੀ ਹੈ ਕਿ ਆਫੈਂਸ ਕੋਈ ਨਹੀਂ ਹੋਇਆ। ਠੀਕ ਹੈ, ਉਸੇ ਦਿਨ ਇਹਨਾਂ ਨੂੰ ਪਰਚਾ ਦਰਜ ਕਰ ਲੈਣਾ ਚਾਹੀਦਾ ਸੀ, ਕੋਈ ਕੰਪਲੇਂਟ ਦੀ ਲੋੜ ਨਹੀਂ ਹੈ। ਪੁਲਿਸ ਵਾਲੇ ਆਪ ਹੀ ਕਰ ਸਕਦੇ ਆ, ਰੂਟੀਨ ਚ ਆਮ ਕੰਪਲੇਨੈਂਟ ਬਣ ਜਾਂਦੇ ਆ। ਜਿਵੇਂ ਐਨਡੀਪੀਐਸ ਦੇ ਕੇਸਿਸ ਦਰਜ ਹੁੰਦੇ ਆ, ਉਹਦੇ ਤੁਸੀਂ ਦੇਖੋਗੇ ਪੁਲਿਸ ਵਾਲਾ ਹੀ ਕੰਪਲੇਨੈਂਟ ਹੁੰਦਾ, ਵਿਜੀਲੈਂਸ ਦੇ ਕੇਸਿਸ ਹੁੰਦੇ ਆ, ਪੁਲਿਸ ਵਾਲਾ ਹੀ ਕੰਪਲੇਨੈਂਟ ਹੁੰਦਾ। ਉਸੇ ਤਰ੍ਹਾਂ ਇੱਥੇ ਆਪ ਕੰਪਲੇਨੈਂਟ ਬਣ ਕੇ ਕਿ ਜੀ ਸਾਡੇ ਇੱਥੇ ਆਏ ਆ, ਅਟੈਕ ਹੋਇਆ, ਸਾਰਾ ਕਰ ਸਕਦੇ ਸੀ, ਪਰ ਕਿਉਂ ਨਹੀਂ ਕੀਤਾ ਉਹ ਜਾਣਦੇ ਆ। ਇੱਥੇ ਸਮਝਣਾ ਪਊਗਾ ਏਕੇਐਫ ਜਿਹੜੀ ਇੱਕ ਫੋਰਸ ਦੀ ਗੱਲ ਕਰਦੇ, ਹਾਲਾਂਕਿ ਪ੍ਰਾਈਵੇਟ ਸਿਕਿਉਰਿਟੀਜ਼ ਹੁੰਦੀਆਂ ਨੇ, ਕਿ ਏਕੇਐਫ ਵੀ ਇਸ ਕੇਸ ਦੇ ਅਧੀਨ ਆ ਸਕਦੀ ਹੈ ਕਿ ਉਹਦੇ ਤਹਿਤ ਵੀ ਐਨਐਸਏ ਵਿੱਚ ਕੋਈ ਧਾਰਾ ਸ਼ਾਮਿਲ ਹੋ ਸਕਦੀ ਹੈ? ਦੇਖੋ ਨਾ ਤੁਸੀਂ ਜੋ ਮਰਜ਼ੀ ਰੱਖ ਲਓ, ਅੱਛਾ, ਅਜੇ ਤੱਕ ਨਾ ਤੇ ਦਾ ਨਹੀਂ ਕਿਸੇ ਨੇ ਇਤਰਾਜ਼ ਕੀਤਾ ਸੀ। ਠੀਕ ਹੈ, ਤੁਸੀਂ ਕੋਈ ਕੁਝ ਨਾਵਾਂ ਦੀ ਰਿਸਟ੍ਰਿਕਸ਼ਨਸ ਹੁੰਦੀਆਂ ਜਿਹਦੇ ਨਾਲ ਤੁਸੀਂ ਇਹ ਨਹੀਂ ਸ਼ੋ ਕਰ ਸਕਦੇ ਕਿ ਅਸੀਂ ਗਵਰਨਮੈਂਟ ਨਾਲ ਲਿੰਕਡ ਆ। ਠੀਕ ਹੈ, ਨਾ ਤੁਸੀਂ ਕੋਈ ਵੀ ਰੱਖ ਲਿਆ। ਹੁਣ ਜੇ ਮੈਂ ਆਪਦੇ ਨਾਂ ਤੇ ਕੋਈ ਬਾਡੀ ਬਣਾ ਲਾਂ, ਕੰਮ ਇਲੀਗਲ ਸ਼ੁਰੂ ਕਰਦੇ ਆ, ਤੇ ਕੀ ਉਹ ਆਰਗੇਨਾਈਜੇਸ਼ਨ ਬੈਨ ਨਹੀਂ ਹੋਊਗੀ? ਗੱਲ ਇੱਥੇ ਕੀ ਆਉਂਦੀ ਹੈ ਕਿ ਨਾ ਜੋ ਮਰਜ਼ੀ ਰੱਖਿਆ ਹੋਵੇ, ਉਸ ਆਰਗੇਨਾਈਜੇਸ਼ਨ ਨੇ ਕੰਮ ਕੀ ਕੀਤਾ ਹੈ। ਹੁਣ ਅੱਜ ਵਾਰਿਸ ਪੰਜਾਬ ਦੇ ਤੇ ਉਂਗਲ ਕਿਉਂ ਚੁੱਕੀ ਜਾ ਰਹੀ ਹੈ? ਇੰਨੀ ਦੇਰ ਤੋਂ ਕੰਮ ਕਰ ਰਹੀ ਸੀ, ਕਿਉਂ ਅਪੋਜ਼ ਹੋ ਰਿਹਾ? ਬਿਕੋਜ਼ ਤੁਸੀਂ ਕਿਸ ਕੈਪੈਸਿਟੀ ਦੇ ਵਿੱਚ ਆ ਐਕਟਸ ਕਰ ਰਹੇ ਹੋ। ਜਿਹੜੇ ਲੋਕ ਉੱਥੇ ਜਾ ਰਹੇ ਆ ਉਹ ਕਹਿ ਰਹੇ ਆ ਅਸੀਂ ਏਕੇਐਫ ਦੇ ਮੈਂਬਰ ਆ ਜਾਂ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਮੈਂਬਰ ਆ, ਗੱਲ ਉਹ ਹੈ। ਉੱਥੇ ਜੇ ਤੁਸੀਂ ਦੇਖੋਗੇ, ਹੁਣ ਮੇਰਾ ਨਹੀਂ ਖਿਆਲ ਕਿਸੇ ਪਾਰਟੀ ਵਾਲਿਆਂ ਨੇ ਉੱਥੇ ਅਟੈਕ ਕੀਤਾ, ਕਿਸੇ ਨੇ ਨਹੀਂ ਸੁਣਿਆ ਕਿ ਜੀ ਉੱਥੇ ਕਾਂਗਰਸ ਨੇ ਅਟੈਕ ਕੀਤਾ ਜਾਂ ਅਕਾਲੀ ਦਲ ਨੇ ਅਟੈਕ ਕੀਤਾ ਜਾਂ ਬੀਜੇਪੀ ਨੇ, ਆਮ ਆਦਮੀ ਪਾਰਟੀ ਨੇ, ਕਿਸੇ ਨੇ ਨਹੀਂ ਕੀਤਾ। ਕਿਹਨੇ ਅਟੈਕ ਕੀਤਾ? ਪਾਰਟਿਕੂਲਰ ਗਰੁੱਪ ਦੇ ਮੈਂਬਰਸ। ਉਹ ਕਿਹੜੇ ਆਰਗੇਨਾਈਜੇਸ਼ਨ ਨੂੰ ਬਿਲੋਂਗ ਕਰਦੇ ਹੋ? ਆਬਵੀਅਸਲੀ ਆਰਗੇਨਾਈਜੇਸ਼ਨ ਫਿਰ ਬੈਨ ਹੋਊਗੀ। ਐਂਟੀ ਨੈਸ਼ਨਲ ਕੰਮ ਜੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਮੈਂਬਰਸ ਨੂੰ ਕਰ ਰਹੇ ਹੋ, ਮੈਂਬਰਸ ਨੇ ਤਾਂ ਆਰਗੇਨਾਈਜੇਸ਼ਨ ਬਣਾਈ ਹੈ, ਤਾਂ ਫਿਰ ਏਜੰਡਾ ਤਾਂ ਉਸ ਆਰਗੇਨਾਈਜੇਸ਼ਨ ਦਾ ਇਲੀਗਲ ਹੋਇਆ ਨਾ। ਸਵਾਲ ਇਹ ਵੀ ਉੱਠ ਰਿਹਾ ਕਿ ਅਸਾਮ ਕਿਉਂ ਲਿਜਾਇਆ ਜਾ ਰਿਹਾ, ਪੰਜਾਬ ਦੀਆਂ ਜੇਲ੍ਹਾਂ ਚ ਕਿਉਂ ਨਹੀਂ ਰੱਖਿਆ ਜਾ ਰਿਹਾ, ਜਾਂ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਇਹ ਦੂਰ ਕਿਉਂ ਕੀਤਾ ਜਾ ਰਿਹਾ? ਨੈਸ਼ਨਲ ਸਿਕਿਉਰਿਟੀ ਐਕਟ ਦੇ ਅੰਡਰ ਸਟੇਟਸ ਨੂੰ ਇਹ ਅਥਾਰਟੀ ਦਿੱਤੀ ਹੋਈ ਹੈ ਕਿ ਆਪਸ ਦੇ ਵਿੱਚ ਕੋਆਰਡੀਨੇਟ ਕਰਕੇ ਠੀਕ ਹੈ, ਉਹ ਇੱਕ ਥਾਂ ਤੋਂ ਦੂਜੀ ਥਾਂ ਬੰਦੇ ਨੂੰ ਵਿਦ ਦ ਕੰਸੈਂਟ ਆਫ ਦੀ ਅਦਰ ਸਟੇਟ ਭੇਜ ਸਕਦੇ ਆ। ਹੁਣ ਆਬਵੀਅਸਲੀ ਗੱਲ ਹੈ, ਜੇ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖਣਗੇ, ਲੋਕਲ ਕਰਾਊਡ ਇਕੱਠਾ ਹੋਣ ਲੱਗ ਜਾਊਗਾ, ਸਿੰਪੈਥਾਈਜ਼ਰ ਕੋਈ ਨਾ ਕੋਈ ਅੱਗੇ ਆਉਣ ਲੱਗ ਜਾਣਗੇ। ਸੋ ਈਜ਼ੀਐਸਟ ਵੇ ਆਊਟ ਇਜ਼ ਕਿ ਜਿੱਥੇ ਮੈਕਸਿਮਮ ਇਨਐਕਸੈਸਿਬਿਲਿਟੀ ਹੈ, ਜਿੱਥੇ ਤੱਕ ਜਾਣਾ ਬਹੁਤ ਔਖਾ ਹੈ, ਉੱਥੇ ਰੱਖੋ ਤਾਂ ਕਿ ਨਾ ਸਪੋਰਟਰਸ ਜਾ ਸਕਣ, ਨਾ ਉਸ ਚੀਜ਼ ਨੂੰ ਕੋਈ ਮੂਵਮੈਂਟ ਬਣਾ ਸਕਣ, ਔਰ ਇਹਨਾਂ ਨੂੰ ਅੱਡ-ਅੱਡ ਥਾਵਾਂ ਤੇ ਬੰਦ ਕਰ। ਠੀਕ ਹੈ, ਸੋ ਇਹ ਤਾਂ ਬੜਾ ਕਾਮਨ ਇੱਕ ਤਰੀਕਾ ਉਹਨਾਂ ਨੇ ਵਰਤਿਆ, ਇਹਦੇ ਵਿੱਚ ਕੁਝ ਹੈਰਾਨੀ ਵਾਲੀ ਗੱਲ ਨਹੀਂ ਹੈ। ਠੀਕ ਹੈ, ਯਾਨੀ ਕਿ ਚੀਜ਼ਾਂ ਆਮ ਹੁੰਦੀਆਂ ਨਜ਼ਰ ਆ ਰਹੀਆਂ। ਤੁਸੀਂ ਕਹਿ ਰਹੇ ਹੋ ਕਿ ਬੜਾ ਸਧਾਰਨ ਜਿਹਾ ਵਤੀਰਾ ਇਸ ਵਕਤ ਐਨਐਸਏ ਨੂੰ ਲੈ ਕੇ ਹੋ ਰਿਹਾ, ਪਰ ਜਿਸ ਤਰੀਕੇ ਦੇ ਨਾਲ ਸਵਾਲ ਉੱਠ ਰਹੇ ਨੇ ਐਨਐਸਏ ਤੇ, ਹਾਲਾਂਕਿ ਇਹ ਸਵਾਲ ਲਾਰੈਂਸ ਬਿਸ਼ਨੋਈ ਨਾਲ ਜੋੜ ਕੇ ਵੀ ਉੱਠ ਰਹੇ ਨੇ ਕਿ ਉਹਨਾਂ ਤੇ ਐਨਐਸਏ ਕਿਉਂ ਨਹੀਂ ਲੱਗਦੀ, ਉਹਨਾਂ ਨੂੰ ਅਸਾਮ ਕਿਉਂ ਨਹੀਂ ਭੇਜਿਆ ਗਿਆ? ਦੇਖੋ, ਪਹਿਲਾਂ ਤਾਂ ਗੱਲ ਇੱਕ ਜ਼ਰੂਰ ਕਲੈਰੀਫਾਈ ਕਰਾਂਗਾ, ਵਾਰੀ-ਵਾਰੀ ਆਪਾਂ ਐਨਐਸਏ ਦੀ ਗੱਲ ਕਰ ਰਹੇ ਹਾਂ ਕਿ ਐਨਐਸਏ ਤੇ ਜ਼ਿਕਰ ਆ ਰਿਹਾ ਹੈ। ਠੀਕ ਹੈ,
ਜਿਹੋ ਜਿਹੇ ਇਨਸੀਡੈਂਟ ਹੋਏ ਆ, ਮੈਂ ਤਾਂ ਇਨਸੀਡੈਂਟ ਵੀ ਨਹੀਂ ਇਹੋ ਜਿਹੇ ਹੁੰਦੇ ਸੁਣੇ ਸੀ। ਮੇਰਾ ਨਹੀਂ ਖਿਆਲ ਤੁਹਾਡੇ ਦਰਸ਼ਕਾਂ ਨੇ ਇਹੋ ਜਿਹੇ ਇਨਸੀਡੈਂਟ ਪਹਿਲਾਂ ਦੇਖੇ ਹੋਣੇ। ਸੋ ਜਿਹੋ ਜਿਹੇ ਇਨਸੀਡੈਂਟ ਹੋਏ ਆ ਉਹੋ ਜਿਹੇ ਲਾਅ ਫਿਰ ਇੰਪਲੀਮੈਂਟ ਕਰਨੇ ਪੈਂਦੇ ਆ। ਲਾਜ਼ ਹੈਗੇ ਆ, ਗੱਲ ਹੁੰਦੀ ਹੈ ਕਿ ਇੰਪਲੀਮੈਂਟੇਸ਼ਨ ਦੀ ਸਟੇਜ ਆਈ ਹੈ ਕਿ ਨਹੀਂ ਆਈ। ਹੁਣ ਉਹ ਸਟੇਜ ਆ ਗਈ, ਸੋ ਇੰਪਲੀਮੈਂਟ ਕਰਨੇ ਪਏ। ਪਰ ਜੇ ਇੰਟਰਵਿਊ ਵੀ ਆ ਰਹੀ ਹੈ ਜੇਲ੍ਹ ਚੋਂ ਤਾਂ ਉਹ ਵੀ ਇਨਸੀਡੈਂਟ ਮੇਰੇ ਖਿਆਲ ਚ ਬਹੁਤ ਘੱਟ ਹੁੰਦੇ ਨੇ, ਬਹੁਤ ਰੇਅਰ ਵੇਖਣ ਨੂੰ ਮਿਲਦੇ ਨੇ ਇਹੋ ਜਿਹੇ। ਦੇਖੋ, ਮੈਂ ਐਜ਼ ਅ ਲਾਇਰ ਗੱਲ ਕਰ ਰਿਹਾ ਤੇ ਕਟਿੰਗ ਪਾਰਟੀ ਲਾਈਨਸ। ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਕਿਸੇ ਵੀ ਮਸ਼ੀਨਰੀ ਮਤਲਬ ਸਟੇਟ ਮਸ਼ੀਨਰੀ ਦਾ ਫੇਲਿਅਰ ਸਾਹਮਣੇ ਨਹੀਂ ਆ ਸਕਦਾ। ਜੇ ਕਿਸੇ ਮੀਡੀਆ ਚੈਨਲ ਤੇ ਕਿਸੇ ਬੰਦੇ ਨੇ ਅੰਦਰੋਂ ਇੰਟਰਵਿਊ 2 ਵਾਰੀ ਦੇਤੀ, ਮੇਰੇ ਖਿਆਲ ਨਾਲ ਇਹ ਡਿਟਰਮਿਨ ਕਰਨਾ ਕੋਈ ਔਖਾ ਨਹੀਂ ਹੈ ਕਿ ਉਹ ਇੰਟਰਵਿਊ ਕਦੋਂ ਹੋਈ ਸੀ, ਕਿਵੇਂ ਹੋਈ ਸੀ। ਔਰ ਜੇ ਉਹ ਚੀਜ਼ ਕਰਕੇ ਬਾਹਰ ਨਹੀਂ ਲਿਆ ਪਾ ਰਹੇ, ਇਸ ਤੋਂ ਵੱਡਾ ਫੇਲਿਅਰ ਸਰਕਾਰ ਦਾ ਕੀ ਹੋਊਗਾ। ਮਤਲਬ ਗੱਲ ਇਹ ਨਹੀਂ ਹੈ ਕਿਹੜੀ ਪਾਰਟੀ ਦੀ ਸਰਕਾਰ ਹੈ, ਪਰ ਲੌਲੈਸਨੈਸ ਦੀ ਇੱਕ ਹੱਦ ਹੁੰਦੀ ਹੈ। ਮਤਲਬ ਇੱਕ ਬੰਦਾ ਓਪਨਲੀ ਜੇਲ੍ਹ ਚੋਂ, ਦੇਖੋ ਥਾਣਾ ਜਾਂ ਜੇਲ੍ਹ, ਇਹ 2 ਪਿਲਰਸ ਹੁੰਦੇ ਆ ਜਿਨ੍ਹਾਂ ਨੂੰ ਸੇਫੈਸਟ ਮੰਨਿਆ ਜਾਂਦਾ। ਥਾਣੇ ਤੇ ਅਟੈਕ ਹੋ ਜਾਂਦਾ ਔਰ ਜੇਲ੍ਹ ਦੇ ਵਿੱਚੋਂ ਇੰਟਰਵਿਊਜ਼ ਆ ਰਹੀਆਂ ਸੀ। ਮੈਂ ਤਾਂ ਆਪਦੇ ਕੇਸਿਸ ਦੇ ਵਿੱਚ ਕੋਰਟ ਦੇ ਵਿੱਚ ਆਫਨ ਪੁਆਇੰਟ ਆਊਟ ਕਰਦਾ ਜੀ, ਜੇਲ੍ਹ ਦੇ ਵਿੱਚੋਂ ਦੇਖੋ ਆ ਮੋਬਾਈਲ ਰਿਕਵਰ ਹੋਇਆ ਜਾਂ ਹੋਇਆ ਤੇ ਇਹ ਵੀ ਪਲਾਂਟਡ ਹੈ ਜਾਂ ਇਹਨਾਂ ਤੱਕ ਗਏ ਕਿਵੇਂ, ਜੇਲ੍ਹ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਇੱਥੇ ਕਾਰਵਾਈ ਕੀ ਕਰਨੀ ਹੈ, ਬੰਦਾ ਤਾਂ ਓਪਨਲੀ ਇੰਟਰਵਿਊ ਦੇ ਰਿਹਾ, 1 ਵਾਰੀ ਨਹੀਂ 2 ਵਾਰੀ ਦੇ ਰਿਹਾ, ਔਰ ਇਸ ਤੋਂ ਬਾਅਦ ਵੀ ਸਰਕਾਰ ਵੱਲੋਂ ਕਲੈਰੀਫਿਕੇਸ਼ਨ ਨਹੀਂ ਆ ਰਹੀ। ਸੋ ਆਬਵੀਅਸ ਜੀ ਗੱਲ ਹੈ, ਇਹ ਕਿਤੇ ਟੌਪ ਲੈਵਲ ਦੇ ਬੰਦਿਆਂ ਦੀ ਕਿਤੇ ਕਨਾਈਵੈਂਸ ਹੋਣੀ ਹੈ, ਨਹੀਂ ਤਾਂ ਹੁਣ ਤੱਕ ਐਕਸ਼ਨ ਕਿਉਂ ਨਹੀਂ ਹੋਇਆ। ਸਟੇਟ ਦੀ ਮਸ਼ੀਨਰੀ ਦਾ ਫੇਲੂਅਰ, ਅਸੀਂ ਮੰਨ ਲਈਏ ਸਟੇਟ ਦੀ ਪਾਵਰ ਦਾ ਫੇਲੂਅਰ ਇੱਥੇ ਨਜ਼ਰ ਆ ਰਿਹਾ। ਪਰ ਜਦੋਂ ਅਸੀਂ ਐਨਐਸਏ ਦਾ ਜ਼ਿਕਰ ਕਰਦੇ ਹਾਂ ਕਿ ਐਨਐਸਏ ਦੇ ਵਿੱਚ 5 ਜਾਂ 10 ਦਿਨ ਤੱਕ ਰਾਜ ਰੱਖਿਆ ਜਾ ਸਕਦਾ ਜੇਲ੍ਹ ਵਿੱਚ, ਤੇ ਉਸ ਤੋਂ ਬਾਅਦ ਆਈ ਥਿੰਕ ਸੂਬਾ ਸਰਕਾਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ। ਇੱਥੇ ਹਜੇ ਤੱਕ ਇਹੋ ਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ। ਉਹ ਤਾਂ ਐਡਵਾਈਜ਼ਰੀ ਬੋਰਡ ਬਣੂਗਾ, ਐਡਵਾਈਜ਼ਰੀ ਬੋਰਡ ਕੋਲ ਅਗਲਾ ਅਪੀਲ ਕਰ ਸਕਦਾ ਹੈ। ਇਹਨਾਂ ਨੇ ਕੋਰਟ ਚੋਂ ਕਈਆਂ ਦੇ ਵਾਰੰਟਸ ਪਹਿਲਾਂ ਹੀ ਲੈ ਲਏ ਸੀ। ਹੁਣ ਉਹ ਐਨਐਸਏ ਕਿੰਨਾ ਤੇ ਲਾਇਆ ਹੈ, ਕਿਸ ਤਰ੍ਹਾਂ ਦੀ ਚੀਜ਼ ਪਲਾਨ ਕਰਦੇ, ਕਿਉਂਕਿ ਵੇਖੋ ਗੱਲ ਇਹ ਹੈ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਸਰਕਾਰ ਹੀ ਕਹਿ ਰਹੀ ਹੈ। ਉਹ ਸਰਕਾਰ ਦਾ ਮੈਨੂੰ ਇਹ ਨਹੀਂ ਸਮਝ ਆਉਂਦੀ, ਮਤਲਬ ਐਜ਼ ਅ ਲਾਇਰ ਮੈਂ ਕੁਝ ਚੀਜ਼ਾਂ ਦੇ ਜਵਾਬ ਨਹੀਂ ਦੇ ਸਕਦਾ। ਮੈਨੂੰ ਯਾਦ ਹੈ ਪਿਛਲੀ ਵਾਰੀ ਤੁਸੀਂ ਮੈਨੂੰ ਪੁੱਛਿਆ ਸੀ ਕਿ ਗੋਲਡੀ ਬਰਾੜ ਫੜਿਆ ਗਿਆ, ਦੇਖੋ ਕਿੰਨਾ ਵਧੀਆ ਕੰਮ ਹੋਇਆ। ਗੋਲਡੀ ਬਰਾੜ ਅੱਜ ਤੱਕ ਨਹੀਂ ਫੜਿਆ ਗਿਆ, ਔਰ FBI ਨੂੰ ਇਨਪੁਟ ਪੰਜਾਬ ਪੁਲਿਸ ਨੇ ਦਿੱਤਾ ਸੀ। ਨਾ ਪੰਜਾਬ ਪੁਲਿਸ ਨੇ ਦੱਸਿਆ ਕਿ ਕੀ ਇਨਪੁਟ ਸੀ ਔਰ ਕਿੱਥੇ ਹੈ ਅੱਜ ਵੀ ਤੱਕ। ਮਤਲਬ ਉਹ ਜਿਵੇਂ ਮੀਡੀਆ 'ਚ ਵੀ ਗੱਲ ਦੱਬਤੀ, ਅਜੇ ਤੱਕ ਕਲੈਰੀਫਿਕੇਸ਼ਨ ਨਹੀਂ ਆਈ। ਉਹਦੇ ਉੱਤੋਂ ਅਜਨਾਲਾ ਇਨਸੀਡੈਂਟ ਤੋਂ ਬਾਅਦ ਪਰਚਾ ਨਹੀਂ ਦਰਜ ਹੋਇਆ। ਮੈਨੂੰ ਆਪ ਹੀ ਤੁਸੀਂ ਦੱਸੋ ਕਿ ਬੇਅਦਬੀ ਨਹੀਂ ਸੀ ਜੋ ਉਹਨੇ ਕੀਤੀ, ਉਸ ਤੋਂ ਬਾਅਦ ਵੀ ਪਰਚਾ ਨਹੀਂ ਦਰਜ ਹੋਇਆ। ਇੰਨੇ ਦਿਨਾਂ ਬਾਅਦ ਹੁੰਦਾ, ਉਹਦੇ ਵਿੱਚ ਵੀ ਸਰਕਾਰ ਕੁਝ ਕਲੈਰੀਫਾਈ ਨਹੀਂ ਕਰ ਪਾ ਰਹੀ ਕਿ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ। ਆਪਰੇਸ਼ਨ ਅੰਮ੍ਰਿਤਪਾਲ ਹੀ ਤਾਂ ਫੜਿਆ ਨਹੀਂ ਗਿਆ, ਤੇ ਆਪਰੇਸ਼ਨ ਅੰਮ੍ਰਿਤਪਾਲ ਕਾਹਦਾ। ਸਾਰੀ ਪੰਜਾਬ ਪੁਲਿਸ ਇੱਕ ਬੰਦੇ ਨੂੰ ਨਹੀਂ ਫੜ ਸਕੀ। ਤੁਸੀਂ ਮਹੀਨਾ ਲੈ ਕੇ ਲਾਂਚ ਕਰਦੇ ਹੋ ਬੰਦੇ ਨੂੰ ਫੜਨ ਲਈ ਕਿ ਅਸੀਂ ਆਹ ਕਰਤਾ। ਗੋਲਡੀ ਬਰਾੜ ਨਹੀਂ ਫੜਿਆ ਗਿਆ, ਇਹ ਨਹੀਂ ਫੜਿਆ ਗਿਆ, ਤੇ ਉਹ ਗਿਆ ਕਿੱਥੇ। ਇਸ ਤੋਂ ਵੱਡਾ ਫੇਲਿਅਰ ਕੀ ਹੋਊਗਾ। ਔਰ ਜਿਹਨੂੰ ਫੜਿਆ ਹੋਇਆ ਇੰਟਰਵਿਊਜ਼ ਦੇ ਰਿਹਾ ਟੀਵੀ ਤੇ, ਓਪਨਲੀ ਧਮਕੀਆਂ ਦੇ ਰਿਹਾ। ਡਾਕਟਰ ਸਾਹਿਬ, ਇਹ ਸਵਾਲ ਤਾਂ ਹੁਣ ਸਰਕਾਰ ਦੇ ਵਿਰੋਧੀ ਵੀ ਚੱਕਦੇ, ਇਹ ਤਾਂ ਸਵਾਲ ਹੁਣ ਪੋਲੀਟੀਕਲ ਬਣ ਗਿਆ ਕਿ ਜਿਹਦੇ ਨਾਂ ਤੇ ਆਪਰੇਸ਼ਨ ਕੀਤਾ ਜਾ ਰਿਹਾ ਉਹੀ ਨਹੀਂ ਤੁਹਾਡੇ ਤੇ ਫੜਿਆ ਗਿਆ, ਬਾਕੀ ਫੜ ਕੇ ਤੁਸੀਂ ਇਨੋਸੈਂਟ ਆ ਜਿਹੜੇ ਉਹਨਾਂ ਤੇ ਐਨਐਸਏ ਲਾ ਰਹੇ ਹੋ। ਸਰ, ਗੱਲ ਪੋਲੀਟੀਕਲ ਸਵਾਲ ਦੀ ਨਹੀਂ ਹੈ। ਗੱਲ ਇਹ ਹੁੰਦੀ ਹੈ, ਕੋਈ ਵੀ ਸਰਕਾਰ ਬਣਦੀ ਹੈ ਨਾ, ਉਹ ਚੇਂਜ ਪਬਲਿਕਲੀ ਹੁੰਦੀ ਹੈ ਕਿ ਯਾਰ ਇਹਨਾਂ ਤੋਂ ਤੰਗ ਆ ਗਏ, ਇਹਨਾਂ ਨੇ ਲॉलेसनेस ਲਿਆਤੀ ਜਾਂ ਕਰਪਸ਼ਨ ਕਰਤੀ, ਸੋ ਨਿਊ ਗਵਰਨਮੈਂਟ। ਇੰਨੀ ਲॉलेसनेस ਤਾਂ ਮੈਂ ਐਕਚੁਅਲੀ ਇੰਨੀ ਦੇਰ 'ਚ ਨਹੀਂ ਦੇਖੀ, ਔਰ ਮੇਰਾ ਨਹੀਂ ਖਿਆਲ ਕੋਈ ਵੀ ਇਨਸਾਨ ਇਹਦਾ ਜਵਾਬ ਦੇ ਪਾ ਰਿਹਾ ਸਰਕਾਰ ਚੋਂ ਔਨ ਰਿਕਾਰਡ ਆ ਕੇ। ਮੈਂ ਇਸ ਚੀਜ਼ ਤੇ ਤਾਂ ਹੈਰਾਨ ਆ ਕਿ ਇਹ ਇਨਸੀਡੈਂਟ ਹੋਣਾ ਬਹੁਤ ਸਾਰੇ ਦੂਜੇ ਲੋਕਾਂ ਨੂੰ ਇੱਕ ਗਲਤ ਮੈਸੇਜ ਦਿੰਦੇ ਆ ਕਿ ਈਵਨ ਵੀ ਕੈਨ ਡੂ ਇਟ ਐਂਡ ਗੈਟ ਅਵੇ ਵਿਦ ਇਟ। ਦੇਖੋ, ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਤੁਹਾਨੂੰ ਕਾਰਵਾਈ ਕਰਨੀ ਹੀ ਪੈਂਦੀ ਹੈ, ਯੂ ਲਾਈਕ ਇਟ ਔਰ ਨਾਟ। ਕਾਰਵਾਈ ਬਹੁਤ ਜ਼ਰੂਰੀ ਹੈ, ਔਰ ਆਇਰਨ ਹੈਂਡ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕਾਨੂੰਨ ਦਾ ਡਰ ਹੋਵੇ, ਨਾ ਕਿ ਕਾਨੂੰਨ ਇੱਕ ਮਜ਼ਾਕ ਬਣ ਜਾਏ। ਔਰ ਜਿੱਥੇ ਕਾਨੂੰਨ ਇੱਕ ਮਜ਼ਾਕ ਬਣ ਜਾਂਦਾ ਹੈ, ਉੱਥੇ ਕਦੇ ਵੀ ਉਹ ਸਟੇਟ ਦੀ ਜਿਹੜੀ ਸਰਵਾਈਵਲ ਹੈ ਉਹ ਕਦੇ ਵੀ ਜ਼ਿਆਦਾ ਦੇਰ ਤੱਕ ਸੇਫ ਨਹੀਂ ਰਹਿੰਦੀ, ਉਹ ਖਤਰੇ 'ਚ ਆਉਣੀ ਹੈ। ਠੀਕ ਹੈ, ਐਨਐਸਏ ਦੀ ਗੱਲ ਹੋ ਰਹੀ ਸੀ। ਐਨਐਸਏ ਤਹਿਤ 12 ਕੁ ਮਹੀਨੇ ਦਾ ਇੱਕ ਪ੍ਰਾਵਧਾਨ ਜਿਹਨੂੰ ਅਸੀਂ ਕਹਿ ਦਿੰਦੇ ਹੈਗਾ ਕਿ ਕ੍ਰਿਮੀਨਲ ਨੂੰ ਰੱਖਿਆ ਜਾ ਸਕਦਾ ਹੈ ਬਿਨਾਂ ਕਿਸੇ ਅਪੀਲ ਦਲੀਲ ਤੋਂ, ਜ਼ਮਾਨਤ ਤੋਂ ਵੀ। ਕੀ ਇਹ ਸਮਾਂ ਵਧਾਇਆ ਜਾ ਸਕਦਾ ਹੈ ਜਾਂ ਘਟਾਇਆ ਵੀ ਜਾ ਸਕਦਾ? ਮੰਨ ਲਓ ਜੇ ਕੋਈ ਇਨੋਸੈਂਟ ਨਿਕਲਿਆ ਆਉਂਦਾ ਹੈ ਜਾਂਚ ਦੇ ਵਿੱਚ, ਉਸ ਨੂੰ ਪਹਿਲਾਂ ਛੱਡਿਆ ਜਾ ਸਕਦਾ ਹੈ? ਸਰ, ਅਜੇ ਤਾਂ ਇਹ ਹੀ ਨਹੀਂ ਪਤਾ ਕਿ ਸਰਕਾਰ ਕੀ ਕਾਰਵਾਈ ਕਰ ਰਹੀ ਹੈ, ਕਿਉਂਕਿ ਗੱਲ ਮੈਂ ਫਿਰ ਉੱਥੇ ਆਵਾਂਗਾ।
ਸਰਕਾਰ ਨੇ ਸਾਰੀ ਕਾਰਵਾਈ ਕਰਨੀ ਹੈ। ਸੈਂਟਰ ਵੱਲੋਂ ਤਾਂ ਤੁਸੀਂ ਦੇਖ ਲਓ ਕੋਈ ਐਕਸਪਲੇਨੇਸ਼ਨ ਨਹੀਂ ਆਈ, ਸਿਰਫ ਸਰਕਾਰ ਹੀ ਕਹਿ ਰਹੀ ਹੈ ਜੀ ਸਾਡਾ ਜੁਆਇੰਟ ਆਪਰੇਸ਼ਨ ਸੀ। ਚਲੋ ਮੰਨ ਲਿਆ ਜੁਆਇੰਟ ਆਪਰੇਸ਼ਨ ਸੀ, ਸੋ ਸਟੇਟ ਆਫ ਪੰਜਾਬ ਲੀਡ ਲੈ ਰਹੀ ਹੈ, ਸਟੇਟ ਆਫ ਪੰਜਾਬ ਸਾਰਾ ਕੁਝ ਦੱਸ ਰਹੀ ਹੈ। ਹੁਣ ਪੰਜਾਬ ਗਵਰਨਮੈਂਟ ਵੱਲੋਂ ਇਹ ਹੀ ਨਹੀਂ ਦੱਸਿਆ ਜਾ ਰਿਹਾ ਕਿਹਨੂੰ ਫੜ ਕੇ ਕਿੱਥੇ ਕੀ ਐਕਸ਼ਨ ਉਹਦੇ ਤੇ, ਕੀ FIR ਦੇ ਵਿੱਚ ਬੰਦੇ ਬਣਾਏ, ਕਿਹਦਾ ਕੀ ਰੋਲ ਹੈ। ਸਭ ਤੋਂ ਇੰਪੋਰਟੈਂਟ ਅੰਮ੍ਰਿਤਪਾਲ ਕਿਵੇਂ ਭੱਜ ਗਿਆ, ਜਿਹਨੂੰ ਫੜਨਾ ਸੀ ਉਹੀ ਭੱਜ ਗਿਆ। ਸੋ ਉਹਨਾਂ ਚੀਜ਼ਾਂ ਤੋਂ ਬਾਅਦ ਜਵਾਬ ਤਾਂ ਮੈਂ ਚੀਜ਼ ਤੇ ਤਾਂ ਦੇ ਸਕਦਾ ਸਪੈਸੀਫਿਕਲੀ ਕਿ 12 ਮਹੀਨੇ ਰੱਖਣਗੇ ਜਾਂ ਜ਼ਿਆਦਾ ਜਾਂ ਘੱਟ, ਜੇ ਸਰਕਾਰ ਨੂੰ ਪਤਾ ਹੋਵੇ ਉਹਨਾਂ ਨੇ ਕੀ ਕੇਸ ਬਣਾਇਆ ਜਾਂ ਕੀ ਕਰਨਾ। ਮੈਨੂੰ ਲੱਗ ਰਿਹਾ ਤਾਂ ਸਰਕਾਰ ਹੀ ਨਹੀਂ ਕਲੀਅਰ। ਹਾਊ ਇਜ਼ ਇਟ ਪੋਸੀਬਲ ਕਿ ਜਿਹੜੇ ਬੰਦੇ ਨੂੰ ਫੜਨਾ ਹੈ ਉਹ ਭੱਜ ਗਿਆ ਤੇ ਦੂਜੇ ਫੜੇ ਹੋਏ ਆ। ਮਤਲਬ ਕੁਝ ਚੀਜ਼ਾਂ ਨੇ ਜਿਹੜੀਆਂ ਐਕਸਪਲੇਨ ਹੀ ਨਹੀਂ ਹੋ ਸਕਦੀਆਂ। ਇਹ ਉਹਨਾਂ ਚੋਂ ਇੱਕ ਚੀਜ਼ ਹੈ ਜਿਹਨੂੰ ਤੁਸੀਂ ਕਦੇ ਜਸਟੀਫਾਈ ਕਰ ਹੀ ਨਹੀਂ ਸਕਦੇ ਕਿ ਜਿਹਨੂੰ ਅਸੀਂ ਫੜਨਾ ਸੀ ਉਹ ਭੱਜਿਆ ਹੋਇਆ ਹੈ। ਦੂਜੇ ਸਾਰੇ ਭਾਈ ਨਹੀਂ ਕਰਨਾ ਚਾਹੁੰਦੀ, ਅਸੀਂ ਵੀ ਮੰਨ ਲਈਏ ਕਰਨਾ। ਦੇਖੋ ਜੇ ਕਰ ਸਕਦੇ ਹੁੰਦੇ ਕਰ ਦਿੰਦੇ, ਜੇ ਕਰ ਸਕਦੇ ਹੁੰਦੇ ਹੁਣ ਤੱਕ ਕਰ ਦਿੰਦੇ। ਠੀਕ ਹੈ। ਇਟ ਇਜ਼ ਨਾਟ ਕਿ ਉਹ ਕਰਨਾ ਨਹੀਂ ਚਾਹੁੰਦੇ, ਉਹ ਤਾਂ ਕ੍ਰੈਡਿਟ ਲੈਣਾ ਚਾਹਣਗੇ ਕਿ ਅਸੀਂ ਫੜ ਲਿਆ। ਸੋ ਆਬਵੀਅਸ ਹੀ ਗੱਲ ਹੈ ਜੇ ਨਹੀਂ ਫੜਿਆ ਗਿਆ ਇਸ ਤੋਂ ਵੱਡੀ ਇਨਕੰਪੀਟੈਂਸ ਕੀ ਆਊਗੀ। ਦੇਖੋ ਮੂਸੇਵਾਲਾ ਮਾਰਿਆ ਜਾਂਦਾ ਹੈ, ਜੀ ਜੀ, ਸਰਕਾਰ ਸਿਕਿਉਰਿਟੀ ਘਟਾਉਂਦੀ ਹੈ ਆਫਟਰ ਗੈਟਿੰਗ ਐਨ ਇਨਪੁਟ ਕਿ ਉਸ ਬੰਦੇ ਨੂੰ ਥ੍ਰੈਟ ਹੈ। ਇੰਟੈਲੀਜੈਂਸ ਹੈੱਡਕੁਆਰਟਰ ਤੇ ਅਟੈਕ ਹੋ ਗਿਆ, ਥਾਣੇ ਦੇ ਉੱਤੇ ਅਟੈਕ ਹੋ ਗਿਆ, ਅਜਨਾਲਾ ਇਨਸੀਡੈਂਟ ਉੱਥੇ ਥਾਣੇ ਤੇ ਅਟੈਕ ਗਿਆ, RPG ਅਟੈਕ ਮੈਂ ਰੈਫਰ ਕਰ ਰਿਹਾ ਸੀ ਪਹਿਲਾਂ। ਹੁਣ ਅੰਮ੍ਰਿਤਪਾਲ ਨੂੰ ਫੜਨ ਲੱਗੇ ਉਹ ਭੱਜ ਗਿਆ। ਹੋਰ ਅਸੀਂ ਕਿੰਨੇ ਇਨਸੀਡੈਂਟਸ ਦੀ ਵੇਟ ਕਰਨੀ ਹੈ? ਇਸ ਤੋਂ ਜ਼ਿਆਦਾ ਸਰਕਾਰ ਕਹਿੰਦੀ ਅਸੀਂ ਸਾਲ ਦੇ ਵਿੱਚ ਆ ਕਰਤਾ। ਜੇਲ੍ਹਾਂ ਚੋਂ ਇੰਟਰਵਿਊਜ਼ ਆ ਲੀਆਂ, ਗੈਂਗਸਟਰਸ ਦਾ ਰਾਜ ਹੋ ਗਿਆ ਜਿਨ੍ਹਾਂ ਨੂੰ ਇਹ ਕਹਿੰਦੇ ਅਸੀਂ ਕੰਟਰੋਲ ਕਰ ਲਿਆ। ਬਹੁਤ ਵਧੀਆ ਕੰਟਰੋਲ ਕੀਤਾ ਹੈ। ਪਬਲਿਕ ਉਹਨਾਂ ਨੇ TV ਤੇ ਆ ਕੇ ਕਲੈਰੀਫਿਕੇਸ਼ਨਸ ਦੇਤੀਆਂ ਜਿਹੜੀਆਂ ਹੁਣ ਤੱਕ ਕਦੇ ਨਹੀਂ ਦਿੱਤੀਆਂ ਸੀ। ਸੋ ਉਹ ਚੀਜ਼ਾਂ ਤੋਂ ਬਾਅਦ ਮੇਰੇ ਖਿਆਲ ਨਾਲ ਜੇ ਅਸੀਂ ਲਾਅ ਐਂਡ ਆਰਡਰ ਨੂੰ ਥੋੜਾ ਜਿਹਾ ਜ਼ਿਆਦਾ ਸੀਰੀਅਸਲੀ ਸਰਕਾਰ ਜੇ ਲੈ ਲਵੇ ਔਰ ਉਸ ਚੀਜ਼ ਤੇ ਕੋਈ ਜਸਟੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕਰੇ, ਐਕਚੁਅਲੀ ਬੈਟਰ ਹੋਊਗਾ। ਬਿਕੋਜ਼ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ। ਔਰ ਹੁਣ ਐਜ਼ ਅ ਲਾਇਰ ਮੈਂ ਫੀਲ ਕਰ ਰਿਹਾ ਕਿ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਡਿਟੀਰੀਓਰੇਸ਼ਨ ਹੈ ਉਹ ਜ਼ਰੂਰਤ ਤੋਂ ਜ਼ਿਆਦਾ ਹੋ ਗਈ ਹੈ। ਔਰ ਅਨਲੈਸ ਉਸ ਚੀਜ਼ ਨੂੰ ਸਰਕਾਰ ਸੀਰੀਅਸਲੀ ਲਵੇ, ਇਹੋ ਜਿਹੇ ਐਲੀਮੈਂਟਸ ਨੂੰ ਸ਼ੁਰੂ ਦੇ ਵਿੱਚ ਨਾ ਕੰਟਰੋਲ ਕਰਨ ਦੀਆਂ ਜਿਹੜੇ ਰੀਪਰਕਸ਼ਨਸ ਹੋਈਆਂ, ਇਹੋ ਜਿਹੇ ਹੋਰ ਐਲੀਮੈਂਟਸ ਪੈਦਾ ਹੁੰਦੇ ਰਹਿਣਗੇ। ਬਰਗਾੜੀ ਬਾਈਬਲ ਕਲਾਂ ਕੇਸ ਦੀ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਇੱਕ ਥਾਂ ਤੇ ਕਿ ਉਸ ਕੇਸ ਨੂੰ ਮਿਸਹੈਂਡਲ ਕਰਨਾ ਇੱਕ ਖਾਲਿਸਤਾਨ ਦਾ ਮੁੱਦਾ ਉਠਾ ਗਿਆ। ਅੰਮ੍ਰਿਤਪਾਲ ਨੂੰ ਸ਼ੁਰੂ ਦੇ ਵਿੱਚ ਜਦੋਂ ਇਹਦੇ ਸਪੋਰਟਰਸ ਨੇ ਕੁਰਸੀਆਂ ਤੋੜੀਆਂ ਸੀ ਗੁਰਦੁਆਰਿਆਂ 'ਚ, ਉਸ ਵੇਲੇ ਉਹਨਾਂ ਦੇ ਪਰਚੇ ਨਾ ਦੇਣਾ, ਉਹਨਾਂ ਨੂੰ ਨਾ ਡਿਟੇਨ ਕਰਨਾ, ਉਹਦੀਆਂ ਜਿਹੜੀਆਂ ਸਪੀਚਸ ਦੇ ਨੂੰ ਇਗਨੋਰ ਕਰਨਾ, ਉਹਦੀ ਐਕਟੀਵਿਟੀਜ਼ ਨੂੰ, ਹਾਂ ਉਹ ਚੀਜ਼ ਨੇ ਉਹਨੂੰ ਹਿੰਮਤ ਦਿੱਤੀ ਕਿ ਆ ਸਟੇਜ ਆਈ। ਔਰ ਉਹਦੇ ਭੱਜ ਜਾਣ ਨੇ ਹੋਰ ਅਜੇ ਉਹਨੂੰ ਹਿੰਮਤ ਦੇ ਦੇਣੀ ਹੈ ਜਾਂ ਉਹ ਜਿਹਾ ਨੂੰ ਹਿੰਮਤ ਦੇਣੀ ਹੈ ਕਿ ਅਸੀਂ ਕਰਕੇ ਵੀ ਕੈਨ ਗੈਟ ਅਵੇ ਵਿਦ ਇਟ। ਡਾਕਟਰ ਸਾਹਿਬ ਮੇਰਾ ਆਖਰੀ ਸਵਾਲ ਹੈ, ਹਾਲਾਂਕਿ ਇਹ ਸਵਾਲ ਬਤੌਰ ਵਕੀਲ ਤੁਸੀਂ ਬਹੁਤ ਚੰਗੀ ਤਰ੍ਹਾਂ ਦੇ ਸਕਦੇ ਹੋ, ਤੁਹਾਡਾ ਤਾਂ ਵਾਹ ਰੋਜ਼ ਹੀ ਹਜੇ ਕੇਸਾਂ 'ਚ ਪੈਂਦਾ, ਕੀ NSA ਦੀ ਦੁਰਵਰਤੋਂ ਹੋ ਸਕਦੀ ਹੈ? ਸਰ ਕਾਨੂੰਨ ਕੋਈ ਵੀ ਲੈ ਲਓ, ਦੁਰਵਰਤੋਂ ਕਰਨ ਵਾਲੇ ਨੇ, ਜੇ ਉਹਨੇ ਕਰਨੀ ਹੈ ਉਹਨੇ ਕਰ ਦੇਣੀ ਹੈ, ਜੇ ਉਹਨੇ ਨਹੀਂ ਕਰਨੀ ਉਹਨੇ ਨਹੀਂ ਕਰਨੀ। ਇਹ ਇਨਸਾਨ ਤੇ ਡਿਪੈਂਡ ਕਰਦਾ ਹੈ ਕਿ ਵਰਦੀ ਪਾਉਣ ਵਾਲਾ ਇੱਕ ਇਨਸਾਨ ਹੈਵਾਨ ਹੈ ਜਾਂ ਇਨਸਾਨ ਹੈ। ਜੇ ਇਨਸਾਨ ਹੋਊਗਾ ਉਹ ਆਪਦੀ ਵਰਦੀ ਦਾ ਧਰਮ ਨਿਭਾਊਗਾ। ਠੀਕ ਹੈ। ਜੇ ਹੈਵਾਨ ਹੋਊਗਾ ਤੇ ਮਿਸਯੂਜ਼ ਦੀਆਂ ਐਗਜ਼ਾਮਪਲਸ ਤਾਂ ਪੰਜਾਬ 'ਚ ਬਹੁਤ ਰਹੀਆਂ, ਉਹ ਹੁਣ ਵੀ ਹੋ ਸਕਦੀ ਹੈ। ਸ਼ੁਕਰੀਆ ਸਰ। ਸੋ NSA ਨੂੰ ਲੈ ਕੇ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ 'ਚ ਇੱਕ ਬਵਾਲ ਖੜਾ ਹੋਇਆ, ਇੱਕ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਕਿ ਇਨੋਸੈਂਟਸ ਤੇ ਵੀ NSA ਲਾਈ ਜਾ ਰਹੀ ਹੈ, ਹਾਲਾਂਕਿ ਇੱਕ ਪੰਜਾਬ ਦੀ ਤਸਵੀਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹੁਣ ਕਿਸ ਤਰੀਕੇ ਦੀ ਕਾਰਵਾਈ ਹੋਵੇਗੀ, ਆਪਰੇਸ਼ਨ ਅੰਮ੍ਰਿਤਪਾਲ ਦੇ ਵਿੱਚ ਹੋਰ ਕਿੰਨੇ ਲੋਕ ਰਡਾਰ ਤੇ ਆਉਣਗੇ, ਕਿਸ ਤਰੀਕੇ ਦੀ ਸਜ਼ਾ ਉਹਨਾਂ ਨੂੰ ਮਿਲੇਗੀ ਜਾਂ ਇਹਦਾ ਨਤੀਜਾ ਕੀ ਨਿਕਲੇਗਾ, ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੈਂ ਸਰਖਾਬ ਆਪਣੇ ਸਹਿਯੋਗੀ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।